ਸਤਿ ਸ਼੍ਰੀ ਅਕਾਲ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਚੈਨਲ ਦੇ ਉੱਤੇ ਜੀ ਆਇਆਂ ਸਵਾਗਤ ਕਰਦੇ ਹਾਂ ਜੀ। ਅੱਜ ਅਸੀਂ ਜਿਹੜਾ ਹੈ ਸਾਡਾ ਇੱਕ ਹਿਸਟਰੀ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ। ਸਾਡਾ ਇਹਦਾ ਜਿਹੜਾ ਟੌਪਿਕ ਹੈ ਉਹ ਹੈਗਾ ਜੀ ਮੌਰੀਆ ਸਾਮਰਾਜ। ਮੌਰੀਆ ਸਾਮਰਾਜ ਜਿਹੜਾ ਭਾਰਤ ਦਾ ਇੱਕ ਬਹੁਤ ਮਹੱਤਵਪੂਰਨ ਸਾਮਰਾਜ ਸੀਗਾ। ਅੱਜ ਦੇ ਇਸ ਦੇ ਟੌਪਿਕ ਦੇ ਵਿੱਚ ਅਸੀਂ ਜਿਹੜਾ ਹੈ ਮੌਰੀਆ ਸਾਮਰਾਜ ਕਿਸ ਤਰੀਕੇ ਦੇ ਨਾਲ ਉਸ ਦੀ ਸਥਾਪਨਾ ਹੁੰਦੀ ਹੈ ਅਤੇ ਉਸ ਦੇ ਕੌਣ ਮਹਾਨ ਰਾਜੇ ਸੀਗੇ ਅਤੇ ਉਸ ਦਾ ਸਮਰਾਟ ਕੌਣ ਸੀਗਾ, ਕਿਸ ਵਿਅਕਤੀ ਨੂੰ ਮਹਾਨ ਸਮਰਾਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸੀਂ ਮੌਰੀਆ ਸਾਮਰਾਜ ਦੇ ਜਨਮ ਮਤਲਬ ਕਿ ਉਸ ਦੀ ਸਥਾਪਨਾ ਅਤੇ ਉਸ ਦੇ ਵਿਕਾਸ ਬਾਰੇ ਅੱਜ ਵਿਸਥਾਰਪੂਰਵਕ ਪੜ੍ਹਾਂਗੇ। ਰਾਜ ਜਿਹੜਾ ਮੌਰੀਆ ਸਾਮਰਾਜ ਸੀਗਾ ਭਾਰਤ ਦਾ ਇੱਕ ਪ੍ਰਾਚੀਨ ਰਾਸ਼ਟਰੀ ਰਾਜਵੰਸ਼ ਕਿਹਾ ਜਾਂਦਾ ਹੈ ਇਸ ਨੂੰ, ਕਿਉਂਕਿ ਇਹ ਜਿਹੜਾ ਸੀ ਭਾਰਤੀ ਰਾਜੇ ਵੱਲੋਂ ਬਣਾਇਆ ਗਿਆਣ ਵਾਲਾ ਇੱਕ ਪਹਿਲਾ ਰਾਜਵੰਸ਼ ਸੀਗਾ। ਉਸ ਸਮੇਂ ਭਾਰਤ ਦੇ ਵਿੱਚ 16 ਮਹਾਜਨਪਦ ਹੋਇਆ ਕਰਦੇ ਸੀਗੇ ਅਤੇ 16 ਮਹਾਜਨਪਦਾਂ ਦਾ ਜਿਹੜਾ ਜ਼ਿਕਰ ਹੈ ਨਾ ਉਹ ਬੌਧ ਗ੍ਰੰਥਾਂ ਦੇ ਵਿੱਚ ਕੀਤਾ ਗਿਆ। ਉਹਨਾਂ ਦੇ ਵਿੱਚੋਂ ਇੱਕ ਮਗਧ ਸੀਗਾ ਜਿੱਥੇ ਮੌਰੀਆ ਸਾਮਰਾਜ ਸੀ ਜਿਹੜਾ ਸਥਾਪਨ ਹੋਇਆ ਸੀਗਾ ਅਤੇ ਉਹ ਬਹੁਤ ਪ੍ਰਸਿੱਧ ਸੀਗਾ। ਰਾਜੇ ਮਹਾਜਨਪਦ ਨੂੰ ਸਮਝੀਏ। ਪਹਿਲਾਂ ਮਹਾਜਨਪਦ ਕੀ ਸੀਗਾ ਕਿ ਭਾਰਤ ਦੇ ਵੱਖ-ਵੱਖ ਰਾਜ। ਅੱਛਾ ਜੀ, ਤੁਸੀਂ ਮੈਨੂੰ ਇਹ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਕਮੈਂਟ ਕਰੋ ਕਿ ਅੱਜ ਭਾਰਤ ਦੇ ਵਿੱਚ ਕੁੱਲ ਕਿੰਨੇ ਰਾਜ ਹਨ। ਤਾਂ ਉਸ ਸਮੇਂ ਦੇ ਰਾਜ ਸੀ ਜਿਹੜੇ ਉਹਨਾਂ ਨੂੰ ਮਹਾਜਨਪਦਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਦੇ ਮਹਾਨ ਮਹਾਜਨਪਦਾਂ ਦੇ ਵਿੱਚੋਂ ਅੱਜ ਅਸੀਂ 16 ਮਹਾਜਨਪਦਾਂ ਦੇ ਨਾਮ ਪੜ੍ਹਨ ਲੱਗੇ ਹਾਂ। ਅੰਗ, ਮਗਧ, ਮੱਲ, ਕਾਸ਼ੀ, ਕੌਸ਼ਲ, ਪੰਚਾਲ, ਲਿਸ਼ਵੀ, ਵਿਜ, ਮਤਸਯ, ਵਤਸ, ਸੂਰਸੇਨ, ਚੇਂਦੀ, ਅਸਮਕ, ਅਵੰਤੀ, ਗੰਧਾਰ ਅਤੇ ਕੰਬੋਜ। ਰਾਜੇ ਸੀ ਸਾਡੇ ਕੋਲ 16 ਮਹਾਜਨਪਦ। ਹੁਣ ਸਾਨੂੰ 16 ਦੇ 16 ਤਾਂ ਨਹੀਂ ਯਾਦ ਹੁੰਦੇ ਕਈ ਵਾਰੀ। ਹੁਣ ਮੈਂ ਤੁਹਾਨੂੰ ਲੌਜੀਕਲੀ ਕੁਛ ਕੁ ਰਾਜਵੰਸ਼ਾਂ ਦੇ ਜਿਹੜੇ ਮਹਾਜਨਪਦ ਸੀਗੇ ਉਹਨਾਂ ਨੂੰ ਮੈਂ ਯਾਦ ਕਰਾ ਦਿੰਦਾ। ਜਿਵੇਂ ਸਾਡੇ ਕੋਲ ਪਹਿਲਾ ਹੈਗਾ ਅੰਗ। ਮਹਾਭਾਰਤ ਦੇ ਵਿੱਚ ਇੱਕ ਕਰੈਕਟਰ ਹੋਇਆ ਕਰਨ। ਤਾਂ ਕਰਨ ਜਦੋਂ ਵੀ ਸਭਾ ਦੇ ਵਿੱਚ ਆਪਦੀ ਇੰਟਰੋਡਕਸ਼ਨ ਦਿੰਦਾ ਸੀ ਤਾਂ ਕਰਨ ਹਮੇਸ਼ਾ ਆਪਦੇ ਨਾਲ ਇੱਕ ਨਾਮ ਲਾਇਆ ਕਰਦਾ ਸੀ, ਅੰਗਰਾਜ ਕਰਨ। ਇੱਥੋਂ ਦਾ ਉਹ ਰਾਜਾ ਸੀਗਾ ਅੰਗਰਾਜ ਕਰਨ। ਹੁਣ ਇਹ ਤੁਹਾਨੂੰ ਯਾਦ ਰਹਿ ਜਾਏਗਾ, ਅੰਗਰਾਜ ਕਰਨ ਮਤਲਬ ਇੱਕ ਮਹਾਜਨਪਦ ਅੰਗ ਆ ਗਿਆ, ਦੂਜਾ ਮਗਧ ਆ ਗਿਆ, ਤੀਜਾ ਮੱਲ ਆ ਗਿਆ, ਉਸ ਤੋਂ ਬਾਅਦ ਕਾਸ਼ੀ ਆ ਗਿਆ। ਕੌਸ਼ਲ ਨਰੇਸ਼, ਇਹ ਵੀ ਬਹੁਤ ਅਸੀਂ ਰਮਾਇਣ ਦੇ ਵਿੱਚ ਨਾਮ ਸੁਣਿਆ, ਮਹਾਭਾਰਤ ਦੇ ਵਿੱਚ ਨਾਮ ਸੁਣਦੇ ਹਾਂ ਕੌਸ਼ਲ ਨਰੇਸ਼। ਤਾਂ ਕੌਸ਼ਲ ਆ ਗਿਆ। ਪੰਚਾਲ, ਫਿਰ ਲਿਛਵੀ ਦੇ ਵਿੱਚ ਜ਼ਿਕਰ ਸਾਡੀ ਹਿਸਟਰੀ ਦੇ ਵਿੱਚ 2-3 ਮਤਲਬ ਕਿ ਟੌਪਿਕਸ ਦੇ ਵਿੱਚ ਹੁੰਦਾ। ਆਪਣੇ ਕੋਲ ਬੌਧ ਧਰਮ ਦੇ ਵਿੱਚ ਵੀ ਲਿਛਵੀ ਦਾ ਵੰਸ਼ ਆਊਗਾ, ਲਿਛਵੀ ਦਾ। ਫਿਰ ਸਾਡੇ ਕੋਲ ਉਹਦੇ 'ਚ ਹਰਸ਼ਵਰਧਨ ਦੇ ਵਿੱਚ ਵੀ ਲਿਛਵੀ ਵੰਸ਼ ਦਾ ਜ਼ਿਕਰ ਹੁੰਦਾ। ਵਿਜ, ਮਤਸਯ। ਹੁਣ ਜਿਹੜਾ ਮਤਸਯ ਹੈ ਨਾ ਇਹ ਸਾਡੇ ਭਾਰਤ ਦੇ ਵਿੱਚ ਨਾ ਪੁਰਾਣ ਹੁੰਦੇ ਸੀ। ਰਾਜੇ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਮੈਨੂੰ ਇਹ ਵੀ ਕਮੈਂਟ ਕਰੋ ਲਿਖ ਕੇ ਕਿ ਕੁੱਲ ਕਿੰਨੇ ਪੁਰਾਣ ਸੀਗੇ ਅਤੇ ਸਭ ਤੋਂ ਮਹੱਤਵਪੂਰਨ ਪੁਰਾਣ ਦਾ ਕੀ ਨਾਮ ਸੀਗਾ। ਤੁਹਾਨੂੰ ਆਪਣੇ ਆਪ ਇੱਕ ਮਹਾਜਨਪਦ ਦਾ ਨਾਮ ਯਾਦ ਹੋ ਜਾਏਗਾ। ਠੀਕ ਹੈ ਜੀ। ਤਾਂ ਗੰਧਾਰ ਹੋ ਗਿਆ, ਕੰਬੋਜ ਹੋ ਗਿਆ, ਇੱਦਾਂ ਦੇ ਕਈ ਹੀ ਹੈਗੇ ਜਿਹੜੇ ਤੁਸੀਂ 2 ਵਾਰੀ ਪੜ੍ਹੋਗੇ ਤੁਹਾਨੂੰ ਮੋਸਟਲੀ ਬਹੁਤ ਸੌਖੇ ਤਰੀਕੇ ਨਾਲ ਤੁਹਾਡੇ ਮੂੰਹ 'ਤੇ ਚੜ੍ਹ ਜਾਣਗੇ, ਉਹ ਜ਼ੁਬਾਨੀ ਤੁਹਾਨੂੰ ਯਾਦ ਹੋ ਜਾਣਗੇ। ਹੁਣ ਕੁਐਸਚਨ ਕੀ ਬਣਦਾ ਇਹਨਾਂ 16 ਮਹਾਜਨਪਦਾਂ ਦੇ ਵਿੱਚੋਂ ਕਿ ਭਾਰਤੀ ਸੀਮਾ ਤੋਂ ਬਾਹਰ ਕਿਹੜੇ ਨੇ, ਮਤਲਬ ਕਿ ਅੱਜ ਦੇ ਭਾਰਤ ਤੋਂ ਬਾਹਰ। ਤਾਂ ਅੱਜ ਦੇ ਭਾਰਤ ਦੇ ਵਿੱਚੋਂ ਬਾਹਰ ਹੈਗੇ ਸਾਡਾ ਗੰਧਾਰ ਆ ਗਿਆ ਅਤੇ ਕੰਬੋਜ ਆ ਗਿਆ। ਕਿਹੜੇ 2 ਰਾਜਵੰਸ਼ ਸੀ ਜਿਨ੍ਹਾਂ ਦੇ ਵਿੱਚ ਗਣਰਾਜ ਸੀ? ਉਸ ਸਮੇਂ ਗਣਰਾਜ ਸੀਗਾ, ਉਹ ਸੀ ਲਿਛਵੀ ਅਤੇ ਵਿਜ। ਅਸੀਂ ਮੌਰੀਆ ਵੰਸ਼ ਬਾਰੇ ਪੜ੍ਹਦੇ ਹਾਂ। ਤਾਂ ਮੌਰੀਆ ਵੰਸ਼ ਬਾਰੇ ਜਦੋਂ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਉਹਦੀ ਸਥਾਪਨਾ ਦੀ ਪਤਾ ਲੱਗਦਾ ਕਿ ਉਹਦੀ ਸਥਾਪਨਾ ਕਿਸ ਵਿਅਕਤੀ ਨੇ ਕੀਤੀ ਸੀ। ਉਸ ਵਿਅਕਤੀ ਦਾ ਨਾਮ ਸੀ ਚੰਦਰਗੁਪਤ ਮੌਰੀਆ। ਇੱਕ ਡਾਇਨੈਸਟੀ ਐਸੀ ਡਾਇਨੈਸਟੀ ਹੈ ਬਹੁਤ ਮਹੱਤਵਪੂਰਨ ਹੈ ਅਤੇ ਪੈਰਲਰ ਰਾਜੇ ਤੁਸੀਂ ਸਿਕੰਦਰ ਦੇ ਪੀਰੀਅਡ ਨੂੰ ਲੈ ਕੇ ਨਿਕਲੋ, ਕਿਉਂਕਿ ਜਦੋਂ ਇਹ ਇੱਧਰ ਸਟੇਬਲ ਹੋ ਰਿਹਾ ਨਾ ਤਾਂ ਉੱਧਰੋਂ ਸਿਕੰਦਰ ਭਾਰਤ ਦੇ ਉੱਤਰ ਵਾਲੇ ਪਾਸਿਓਂ ਭਾਰਤ 'ਤੇ ਹਮਲਾ ਕਰ ਰਿਹਾ। ਠੀਕ ਹੈ, ਇਹਦੇ ਵਿੱਚ ਸਿਕੰਦਰ ਦਾ ਜ਼ਿਕਰ ਆਏਗਾ। ਠੀਕ ਹੈ ਜੀ, ਉੱਤਰ ਵਾਲੇ ਪਾਸਿਓਂ ਭਾਰਤ 'ਤੇ ਸਿਕੰਦਰ ਹਮਲਾ ਕਰ ਰਿਹਾ ਅਤੇ ਇੱਧਰੋਂ ਮੌਰੀਆ ਸਾਮਰਾਜ ਜਿਹੜਾ ਹੈਗਾ ਇਹ ਸਟੇਬਲ ਹੋ ਰਿਹਾ। ਮੌਰੀਆ ਸਾਮਰਾਜ ਨੂੰ ਸਟੇਬਲ ਕਰਨ ਦੇ ਵਿੱਚ ਇੱਕ ਵਿਅਕਤੀ ਦਾ ਬਹੁਤ ਵੱਡਾ ਹੱਥ ਸੀ। ਉਸ ਵਿਅਕਤੀ ਦਾ ਨਾਮ ਸੀਗਾ ਚਾਣਕਿਆ, ਵਿਸ਼ਨੂਗੁਪਤ, ਕੌਟਲਿਆ। ਇਸ ਦੀ ਸਹਾਇਤਾ ਦੇ ਨਾਲ ਨੰਦ ਵੰਸ਼ ਦਾ ਖਾਤਮਾ ਕਰਕੇ ਮੌਰੀਆ ਸਾਮਰਾਜ ਦਾ ਵਿਕਾਸ ਕੀਤਾ ਗਿਆ ਸੀ। ਤਾਂ ਨੰਦ ਵੰਸ਼ ਦਾ ਅੰਤਿਮ ਰਾਜਾ ਕੌਣ ਸੀ? ਧਨ ਨੰਦ ਸੀਗਾ ਜੀ। ਅੰਤਿਮ ਰਾਜਾ ਕੌਣ ਸੀ? ਧਨ ਨੰਦ। ਹੁਣ ਅਸੀਂ ਥੋੜ੍ਹਾ ਜਿਹਾ ਚਾਣਕਿਆ ਬਾਰੇ ਪੜ੍ਹਾਂਗੇ ਕਿਉਂਕਿ ਬਹੁਤ ਹੀ ਐਗਜ਼ਾਮ ਦੇ ਵਿੱਚ ਚਾਣਕਿਆ ਬਾਰੇ ਪੁੱਛਿਆ ਜਾਂਦਾ, ਕੌਟਲਿਆ ਬਾਰੇ ਪੁੱਛਿਆ ਜਾਂਦਾ। ਇੱਕ ਬਹੁਤ ਹੀ ਇੰਪੋਰਟੈਂਟ ਪਰਸਨ ਸੀ ਚਾਣਕਿਆ। ਜਿਹੜੇ ਚਾਣਕਿਆ ਸੀ ਉਹਨਾਂ ਨੂੰ ਕੌਟਲਿਆ ਵੀ ਕਿਹਾ ਜਾਂਦਾ ਅਤੇ ਉਹਨਾਂ ਦਾ ਅਸਲੀ ਨਾਮ ਸੀ ਜਿਹੜਾ ਵਿਸ਼ਨੂਗੁਪਤ ਸੀ। ਇੱਥੋਂ ਬਹੁਤ ਵਾਰ ਕੁਐਸਚਨ ਆ ਚੁੱਕਿਆ ਹੇਠ ਲਿਖਿਆਂ ਵਿੱਚੋਂ ਚਾਣਕਿਆ ਦਾ ਅਸਲੀ ਨਾਮ ਕੀ ਸੀ। ਤਾਂ ਤੁਸੀਂ ਯਾਦ ਰੱਖਣਾ ਵਿਸ਼ਨੂਗੁਪਤ। ਕੌਟਲਿਆ ਦੁਆਰਾ ਕਿਹੜੀ ਪੁਸਤਕ ਲਿਖੀ ਗਈ?
ਕੌਟਲਿਆ ਦੁਆਰਾ ਅਰਥ ਸ਼ਾਸਤਰ ਲਿਖਿਆ ਗਿਆ ਸੀ। ਅਰਥ ਸ਼ਾਸਤਰ ਕਾਸ ਦੀ ਪੁਸਤਕ ਹੈ, ਅਰਥ ਸ਼ਾਸਤਰ ਰਾਜਨੀਤੀ ਦੀ ਪੁਸਤਕ ਹੈ। ਹੁਣ ਦੇਖੋ ਰਾਜੇ, ਅਰਥ ਸ਼ਾਸਤਰ ਆਪਣੇ ਦਿਮਾਗ 'ਚ ਉਦੋਂ ਹੀ ਆ ਜਾਂਦਾ ਕੋਈ ਇਕਨੋਮਿਕਸ ਦੀ ਕਿਤਾਬ ਹੀ ਹੈ ਅਰਥ ਸ਼ਾਸਤਰ ਲਿਖਿਆ, ਮਤਲਬ ਨਹੀਂ। ਇਹਦੇ ਵਿੱਚ ਕੀ ਸੀਗਾ, ਇਹਦੇ ਵਿੱਚ ਇਹ ਸੀਗਾ ਕਿ ਰਾਜਾ ਕਿਵੇਂ ਰਾਜ ਕਰੂਗਾ, ਰਾਜੇ ਨੂੰ ਕਿਸ ਕਿਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਰਾਜਾ ਇੱਕ ਮਹਾਨ ਰਾਜਾ ਕਿਵੇਂ ਬਣਦਾ ਹੈ, ਇਹਨਾਂ ਸਾਰੀਆਂ ਜਾਣਕਾਰੀ ਅਰਥ ਸ਼ਾਸਤਰ ਦੇ ਵਿੱਚ ਲਿਖੀ ਹੋਈ ਹੈ। ਜਿਹੜਾ ਸੀ ਨਾ ਸਾਡੇ ਕੋਲ ਇੱਕ ਬਹੁਤ ਵੱਡੇ ਪੋਲੀਟੀਕਲ ਜਿਹੜੇ ਸਾਡੇ ਇੱਕ ਬਹੁਤ ਹੀ ਵਿਦਵਾਨ ਹੋਏ ਨੇ, ਉਹਨਾਂ ਦਾ ਨਾਮ ਆ ਮੈਕੈਵਲੀ। ਤਾਂ ਮੈਕੈਵਲੀ ਦੀ ਇੱਕ ਬਹੁਤ ਮਹੱਤਵਪੂਰਨ ਰਚਨਾ ਸੀ ਦ ਪ੍ਰਿੰਸ ਦੀ ਤੁਲਨਾ ਜਿਹੜੀ ਆ ਭਾਰਤ ਦੀ ਕਿਸ ਇਤਿਹਾਸਕਾਰ ਦੀ ਪੁਸਤਕ ਨਾਲ ਕੀਤੀ ਜਾਂਦੀ ਹੈ, ਤਾਂ ਕੌਟਲਿਆ ਦੀ ਪੁਸਤਕ ਨਾਲ ਕੀਤੀ ਜਾਂਦੀ ਹੈ। ਕੌਟਲਿਆ ਨੂੰ ਇਤਿਹਾਸਕਾਰ ਵੀ ਕਹਾਂਗੇ। ਕਿਉਂ ਕਹਾਂਗੇ? ਕਿਉਂਕਿ ਜਿਹੜੀ ਪੁਸਤਕ ਲਿਖੀ ਹੈ ਇਹਦੇ ਵਿੱਚ ਇਸ ਨੇ ਰਾਜੇ ਅਤੇ ਰਾਜਵੰਸ਼ ਬਾਰੇ ਜ਼ਿਕਰ ਕੀਤਾ। ਤਾਂ ਇਹ ਜਿਹੜੀ ਪੁਸਤਕ ਸੀਗੀ ਇਸ ਦੇ ਵਿੱਚ ਅਸੀਂ ਕੌਟਲਿਆ ਦੀ ਅਰਥ ਸ਼ਾਸਤਰ ਦੀ ਪੁਸਤਕ ਦੀ ਤੁਲਨਾ ਕਿਸ ਪੁਸਤਕ ਨਾਲ ਕਰਦੇ ਹਾਂ ਜੀ? ਮੈਕੈਵਲੀ ਦੀ ਦ ਪ੍ਰਿੰਸ ਦੇ ਨਾਲ ਅਸੀਂ ਤੁਲਨਾ ਕਰਦੇ ਹਾਂ। ਅਤੇ ਇਹ ਜਾਤ ਦਾ ਬ੍ਰਾਹਮਣ ਸੀਗਾ। ਕਈ ਪ੍ਰਕਾਰ ਦੀ ਹਿਸਟਰੀ ਦੇ ਵਿੱਚ ਜਿਹੜੀ ਹੈ ਸਾਡੇ ਕੋਲ ਕੁਛ ਮਿਥਿਹਾਸਿਕ ਕਹਾਣੀਆਂ ਜੋੜੀਆਂ ਗਈਆਂ। ਉਹ ਮਿਥਿਹਾਸਿਕ ਕਹਾਣੀਆਂ ਦੇ ਵਿੱਚ ਸਪੈਸ਼ਲ ਇਸ ਦਾ ਕਰੈਕਟਰ ਜਿਹੜਾ ਇੱਕ ਬ੍ਰਾਹਮਣ ਦੇ ਕਰੈਕਟਰ ਦੇ ਰੂਪ 'ਚ ਦਿਖਾਇਆ ਗਿਆ ਹੈ। ਚਾਣਕਿਆ ਆ ਕੁਐਸਚਨ ਬਹੁਤ ਵਾਰ ਆਇਆ, ਅਤੇ ਇੱਕ ਵਾਰ ਜਦੋਂ PTET ਦੇ ਵਿੱਚ ਕੁਐਸਚਨ ਆਇਆ ਸੀ ਤਾਂ ਬੜਾ ਵਿਵਾਦਿਤ ਰਿਹਾ ਸੀਗਾ ਕਿ ਮੌਰੀਆ ਸਾਮਰਾਜ ਵਿੱਚ ਕੌਟਲਿਆ ਦਾ ਕੀ ਸਥਾਨ ਸੀਗਾ। ਜਿਹੜਾ ਮੌਰੀਆ ਸਾਮਰਾਜ ਦੇ ਵਿੱਚ ਕੌਟਲਿਆ ਦਾ ਸਥਾਨ ਸੀ ਰਾਜੇ, ਉਹ ਉਸ ਦਾ ਦੋਸਤ ਵੀ ਸੀਗਾ ਚੰਦਰਗੁਪਤ ਦਾ, ਕਿਉਂਕਿ ਪਹਿਲਾਂ ਤਾਂ ਫਰੈਂਡਸ਼ਿਪ ਹੋਈ ਸੀ ਨਾ। ਫਿਰ ਉਸ ਤੋਂ ਬਾਅਦ ਉਹ ਚੰਦਰਗੁਪਤ ਦਾ ਗੁਰੂ ਬਣਦਾ। ਜਦੋਂ ਗੁਰੂ ਬਣ ਜਾਂਦਾ ਫਿਰ ਉਸ ਨੂੰ ਉਹ ਗਾਈਡ ਕਰਦਾ ਵੀ ਆਪਾਂ ਇੱਦਾਂ ਕਰਕੇ ਆਪਣੀ ਡਾਇਨੈਸਟੀ ਸਟੇਬਲ ਕਰਨੀ ਹੈ। ਫਿਰ ਜਦੋਂ ਡਾਇਨੈਸਟੀ ਸਟੇਬਲ ਹੋ ਜਾਂਦੀ ਹੈ ਫਿਰ ਉਹਦਾ ਇੱਕ ਉਹ ਸਲਾਹਕਾਰ ਬਣ ਜਾਂਦਾ। ਜਦੋਂ ਸਲਾਹਕਾਰ ਬਣ ਜਾਂਦਾ ਅਤੇ ਫਿਰ ਉਹ ਉਸ ਨੂੰ ਇੱਕ ਪਦ ਦੇ ਦਿੰਦਾ, ਮਤਲਬ ਕਿ ਆਪਦੇ ਰਾਜ ਦੇ ਵਿੱਚ ਇੱਕ ਸੀਟ ਦੇ ਦਿੰਦਾ। ਉਹ ਪ੍ਰਧਾਨ ਮੰਤਰੀ ਦੀ ਸੀਟ ਦਿੰਦਾ ਉਹਨੂੰ। ਚੰਦਰਗੁਪਤ ਮੌਰੀਆ ਬਾਰੇ ਪੜ੍ਹਦੇ ਹਾਂ ਵੀ ਚੰਦਰਗੁਪਤ ਮੌਰੀਆ ਕੌਣ ਸੀਗਾ। ਚੰਦਰਗੁਪਤ ਮੌਰੀਆ ਦਾ ਜਿਹੜਾ ਸੀ ਸ਼ਾਸਨ ਸੀ ਕਿਸ ਮਹਾਜਨ ਪਦ 'ਤੇ ਸੀਗਾ, ਤਾਂ ਮਗਧ 'ਤੇ ਸੀਗਾ। ਮੌਰੀਆ ਦੀ ਰਾਜਧਾਨੀ ਕਿਹੜੀ ਸੀ? ਪਾਟਲੀਪੁੱਤਰ ਸੀ, ਪਟਨਾ। ਅੱਜ ਦਾ ਨਾਮ ਪਟਨਾ, ਪੁਰਾਣਾ ਨਾਮ ਪਾਟਲੀਪੁੱਤਰ ਹੈ। ਅਤੇ ਇਹਦੀ ਜਿਹੜੀ ਸਥਾਪਨਾ ਸੀ, ਮੈਨੂੰ ਕਮੈਂਟ ਬਾਕਸ ਦੇ ਵਿੱਚ ਪਲੀਜ਼ ਲਿਖ ਕੇ ਜ਼ਰੂਰ ਸ਼ੇਅਰ ਕਰੋ ਕਿ ਇਹਦੀ ਸਥਾਪਨਾ ਕਿਸ ਨੇ ਕੀਤੀ, ਮਤਲਬ ਕਿ ਪਟਨਾ ਨੂੰ ਕਿਸ ਨੇ ਵਸਾਇਆ ਸੀ, ਪਾਟਲੀਪੁੱਤਰ ਨੂੰ। ਇਸ ਤੋਂ ਪਹਿਲਾਂ ਉਹਨਾਂ ਵੰਸ਼ਜ ਦੇ ਨਾਮ ਆਉਂਦੇ ਆ। ਅਸੀਂ ਜਦੋਂ ਵੀ ਇਤਿਹਾਸ 'ਚ ਮੌਰੀਆ ਵੰਸ਼ ਬਾਰੇ ਪੜ੍ਹਾਂਗੇ ਤਾਂ ਇਹ ਤੋਂ ਪਹਿਲਾਂ ਉਹਨਾਂ ਦੇ ਨਾਮ ਆਉਂਦੇ ਆ। ਉਹਨਾਂ 'ਚੋਂ ਇੱਕ ਵਿਅਕਤੀ ਨੇ ਪਾਟਲੀਪੁੱਤਰ ਦੀ ਸਥਾਪਨਾ ਕੀਤੀ ਸੀ। ਚੰਦਰਗੁਪਤ ਜਿਹੜੇ ਸੀਗੇ ਉਹ ਜੈਨ ਧਰਮ ਨੂੰ ਮੰਨਦੇ ਸੀ ਅਤੇ ਉਹਨਾਂ ਨੇ ਆਪਦੀ ਜੈਨ ਧਰਮ ਦੀ ਸਿੱਖਿਆ ਸੀ ਜਿਹੜੀ ਭੱਦਰਬਾਹੂ ਤੋਂ ਲਈ ਸੀ। ਚੰਦਰਗੁਪਤ ਮੌਰੀਆ ਵਿਸ਼ਾਖਾ ਦੱਤ ਦੁਆਰਾ ਰਚਿਤ ਮੁਦਰਾ ਰਾਕਸ਼ਸ ਦੇ ਵਿੱਚ ਇਹਨਾਂ ਨੂੰ ਨਿਮਨ ਕੁਲ, ਮਤਲਬ ਕਿ ਨੀਚ ਜਾਤੀ ਦਾ ਅਤੇ ਕੁਲਹੀਨ ਦਿਖਾਇਆ ਗਿਆ, ਮਤਲਬ ਕਿ ਇੱਕ ਮਤਲਬ ਕਿ ਲੋਅ ਕਾਸਟ ਦਾ ਦੱਸਿਆ ਗਿਆ ਇਹਨਾਂ ਨੂੰ। ਚੰਦਰਗੁਪਤ ਮੌਰੀਆ ਦੀ ਇੱਕ ਲੜਾਈ ਹੁੰਦੀ ਹੈ, ਸੈਲਕਿਊਸ ਨਿਕੇਟਰ ਸੀ ਇਹਨਾਂ ਦਾ ਪੂਰਾ ਨਾਮ, ਸੈਲਕਿਊਸ ਨਿਕੇਟਰ। ਹੁਣ ਇੱਥੇ ਇੱਕ ਚੀਜ਼ ਧਿਆਨ ਨਾਲ ਸਮਝੋ, ਸੈਲਕਿਊਸ ਕੌਣ ਸੀ? ਸੈਲਕਿਊਸ ਹੁਣ ਸਿਕੰਦਰ ਦਾ ਰਾਜਦੂਤ ਸੀ। ਉੱਧਰੋਂ ਮੈਂ ਤੁਹਾਨੂੰ ਦੱਸਿਆ ਸੀ ਸਿਕੰਦਰ ਆ ਰਿਹਾ, ਵਿੱਚ ਜ਼ਿਕਰ ਜ਼ਰੂਰ ਆਏਗਾ। ਸੈਲਕਿਊਸ ਕੌਣ ਸੀ? ਸਿਕੰਦਰ ਦਾ ਰਾਜਦੂਤ। ਤਾਂ ਜਿਹੜਾ ਸੈਲਕਿਊਸ ਸੀਗਾ ਇਹ ਸਿਕੰਦਰ ਦਾ ਰਾਜਦੂਤ ਸੀਗਾ, ਅਤੇ ਇਸ ਦੇ ਨਾਲ ਚੰਦਰਗੁਪਤ ਮੌਰੀਆ ਦੀ ਲੜਾਈ ਹੁੰਦੀ ਹੈ 305 BC ਦੇ ਵਿੱਚ, ਜਿਸ ਦਾ ਵਰਣਨ ਹਾਂਜੀ ਏਪੀਨਿਆਸ ਦੇ ਵਿੱਚ ਕੀਤਾ ਗਿਆ। ਅਤੇ ਮਿਲਦਾ ਕੀ ਹੈ ਇਹਦੇ ਵਿੱਚ ਸਾਨੂੰ ਜਾਣਕਾਰੀ ਕੀ ਮਿਲਦੀ ਹੈ? ਜਾਣਕਾਰੀ ਇਹ ਮਿਲਦੀ ਹੈ ਕਿ ਇਸ ਯੁੱਧ ਦੇ ਵਿੱਚ ਚੰਦਰਗੁਪਤ ਮੌਰੀਆ ਨੇ ਉਸ ਨੂੰ ਹਰਾਤਾ ਸੀ, ਮਤਲਬ ਕਿ ਬਹੁਤ ਖਤਰਨਾਕ ਯੁੱਧ ਸੀਗਾ ਇਹਨਾਂ ਦਾ। ਸੈਲਕਿਊਸ ਨਿਕੇਟਰ ਕੌਣ ਸੀ ਜੀ? ਸਿਕੰਦਰ ਦਾ ਰਾਜਦੂਤ ਸੀਗਾ। ਇਹਨੂੰ ਚੰਦਰਗੁਪਤ ਮੌਰੀਆ ਨੂੰ ਨਾ ਕਈ ਹੋਰ ਨਾਵਾਂ ਦੇ ਨਾਲ ਵੀ ਜਾਣਿਆ ਜਾਂਦਾ। ਇਹਨੂੰ ਸੈਂਡਰਕੋਟਸ ਦੀ ਉਪਾਧੀ ਦਿੱਤੀ ਸੀ, ਮਤਲਬ ਕਿ ਨਾਮ ਦਿੱਤਾ ਗਿਆ ਸੀਗਾ ਚੰਦਰਗੁਪਤ ਮੌਰੀਆ ਨੂੰ। ਇਹਦੀ ਪਹਿਚਾਣ ਕੀਤੀ ਸੀ ਵਿਲੀਅਮ ਜੋਨਸ ਨੇ ਵੀ ਇਹ ਜਿਹੜੇ ਸੈਂਡਰਕੋਟਸ ਸੀਗੇ। ਅੱਛਾ, ਇਹ ਸੈਂਡਰਕੋਟਸ ਦਾ ਮਤਲਬ ਕੀ ਹੈ? ਯੂਨਾਨੀ ਲਿਟਰੇਚਰ ਦੇ ਵਿੱਚ ਇਹਨੂੰ ਸੈਂਡਰਕੋਟਸ ਬੋਲਿਆ ਜਾਂਦਾ। ਜਦੋਂ ਲਿਟਰੇਚਰ ਨੂੰ ਧਿਆਨਪੂਰਵਕ ਪੜ੍ਹਿਆ ਤਾਂ ਉਦੋਂ ਦੱਸਿਆ ਵੀ ਭਾਰਤ ਦਾ ਰਾਜਾ ਸੀ ਜਿਹੜਾ ਚੰਦਰਗੁਪਤ ਮੌਰੀਆ ਸੀ, ਉਹਦੇ ਬਾਰੇ ਜ਼ਿਕਰ ਕੀਤਾ ਹੈ। ਹੁਣ ਤੁਹਾਨੂੰ ਪਤਾ ਲੱਗੂ ਵੀ ਯੂਨਾਨੀ ਲਿਟਰੇਚਰ 'ਚ ਅਸੀਂ ਕਿਵੇਂ ਗਏ। ਗਾਂ ਇੱਕ ਵਿਅਕਤੀ ਆਊਗਾ ਜਿਹੜਾ ਯੂਨਾਨੀ ਯਾਤਰੀ ਸੀ ਸਾਡੇ ਕੋਲ। ਵੈਸੇ ਇੱਕ ਬਹੁਤ ਹੀ ਉਸਨੇ ਮਤਲਬ ਬਹੁਤ ਮਹੱਤਵਪੂਰਨ ਗ੍ਰੰਥ ਲਿਖਿਆ, ਉਸ ਗ੍ਰੰਥ ਦਾ ਨਾਮ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ। ਵੈਸੇ ਵੀ ਆਪਾਂ ਗਾਂ ਜਾ ਕੇ ਉਹਦੇ ਬਾਰੇ ਪੜ੍ਹਾਂਗੇ। ਤਾਂ ਉੱਥੋਂ ਸਾਡੇ ਕੋਲ ਆਉਂਦਾ ਵੀ ਸੈਂਡਰਕੋਟਸ ਦੀ ਜਿਹੜੀ ਪਹਿਚਾਣ ਹੈ ਚੰਦਰਗੁਪਤ ਦੇ ਰੂਪ 'ਚ ਕਿਸ ਨੇ ਕੀਤੀ ਸੀ, ਤਾਂ ਵਿਲੀਅਮ ਜੌਨਸਨ ਨੇ ਕੀਤੀ ਸੀਗੀ। ਅਤੇ ਇੱਕ ਇਤਿਹਾਸਕਾਰ ਹੋਏ ਨੇ ਪੁਲਟਾਰਕ, ਜਿਨ੍ਹਾਂ ਦੇ ਅਨੁਸਾਰ ਚੰਦਰਗੁਪਤ ਮੌਰੀਆ ਨੇ ਸੈਲਕਿਊਸ ਨਿਕੇਟਰ ਨੂੰ 500 ਹਾਥੀ ਭੇਂਟ ਕੀਤੇ ਸੀਗੇ। ਮਤਲਬ ਕਿ ਜਦੋਂ
ਜੰਗ ਜਿੱਤ ਗਏ ਸੀਗੇ। ਜਿੱਤਣ ਤੋਂ ਬਾਅਦ ਸੈਲਕਸ ਨਿਕੇਟਰ ਨੇ ਆਪਦੀ ਬੇਟੀ ਦੀ ਮੈਰਿਜ ਕਰਤੀ ਸੀ ਚੰਦਰਗੁਪਤ ਮੌਰੀਆ ਦੇ ਨਾਲ, ਤਾਂ ਉਹਨਾਂ ਨੇ ਖੁਸ਼ੀ 'ਚ ਉਸ ਨੂੰ ਮਾਨਸੋ ਹਾਤੀ ਦਿੱਤੇ ਸੀ ਅਤੇ ਸੈਲਕਸ ਨਿਕੇਟਰ ਨੇ ਉਹਨੂੰ ਰਾਜ ਦਿੱਤੇ ਸੀ। ਮਤਲਬ ਕਿ ਨਿੱਕੇ ਨਿੱਕੇ ਜਿਹੜੇ ਸਟੇਟਸ ਸੀਗੀਆਂ ਉਹ ਇਹਨੂੰ ਦੇ ਦਿੱਤੀਆਂ ਗਈਆਂ ਸਨ। ਤਾਂ ਉਹਦੀ ਪੁੱਤਰੀ ਦਾ ਕੀ ਨਾਮ ਹੈ? ਹੈਲਨਾ। ਹਾਂਜੀ, ਚੰਦਰਗੁਪਤ ਮੌਰੀਆ ਨਾਲ ਉਸ ਦੀ ਮੈਰਿਜ ਕਰ ਦਿੱਤੀ ਗਈ ਸੀ। ਸੈਲਕਸ ਨੇ ਆਪਣੇ ਰਾਜਦੂਤ ਦੇ ਵਿੱਚ ਇੱਕ ਮੈਗਥਨੀਜ਼ ਨਾਮ ਦਾ ਵਿਅਕਤੀ ਸੀ ਜਿਹੜਾ ਚੰਦਰਗੁਪਤ ਦੇ ਦਰਬਾਰ 'ਚ ਭੇਜਿਆ ਸੀ। ਆਹ ਦੇਖੋ ਉਹਨੂੰ ਪਰਸਨ ਐਂਟਰ ਹੋ ਚੁੱਕਿਆ। ਪਹਿਲਾ ਰਾਜਦੂਤ ਜਿਹੜਾ ਸੀ ਮਤਲਬ ਕਿ ਸਿਕੰਦਰ ਦਾ, ਉਹ ਸੀ ਸੈਲਕਸ ਨਿਕੇਟਰ, ਅਤੇ ਸੈਲਕਸ ਨਿਕੇਟਰ ਦਾ ਰਾਜਦੂਤ ਸੀਗਾ ਮੈਗਥਨੀਜ਼। ਵੈਸੇ ਤਾਂ ਵਿਸਤਾਰਪੂਰਵਕ ਜਾਣਕਾਰੀ ਹੈ ਸਾਰੇ ਵਿਦਿਆਰਥੀਆਂ ਨੂੰ, ਕਿਉਂਕਿ ਬਹੁਤ ਇੰਪੋਰਟੈਂਟ ਪਾਰਟ ਹੈ, ਸਭ ਨੇ ਬਹੁਤ ਵਾਰ ਪੜ੍ਹਿਆ ਹੋਇਆ, ਪਰ ਫਿਰ ਵੀ ਕਈ ਵਾਰ ਅਸੀਂ ਇਸ ਚੀਜ਼ ਤੋਂ ਵਾਂਝੇ ਨਾ ਰਹਿ ਜਾਈਏ, ਕਿਉਂਕਿ ਕੁਐਸਚਨ ਹਮੇਸ਼ਾ ਬੇਸਿਕ ਰੂਟ 'ਤੇ ਪੁੱਛਿਆ ਜਾਏਗਾ। ਦਰਬਾਰ ਦੇ ਵਿੱਚ ਭੇਜਿਆ ਹੋਇਆ ਸੀ ਵਿਅਕਤੀ, ਉਹ ਕਿਸ ਦਾ ਰਾਜਦੂਤ ਸੀਗਾ? ਸੈਲਕਸ ਨਿਕੇਟਰ ਦਾ। ਅਤੇ ਕੌਣ ਸੀ ਉਹਦਾ ਨਾਮ? ਕੀ ਸੀ ਉਹਦਾ ਨਾਮ? ਸੀ ਮੈਗਥਨੀਜ਼। ਆਪਣੇ ਅੰਤਿਮ ਸਮੇਂ ਦੇ ਵਿੱਚ ਚੰਦਰਗੁਪਤ ਮੌਰੀਆ ਨੇ ਜੈਨ ਧਰਮ ਦੇ ਸੰਨਿਆਸੀ ਸੀ ਜਿਹੜੇ ਭੱਦਰਬਾਹੂ ਤੋਂ ਸ਼ਰਵਣ ਬੇਲਗੋਲਾ ਦੇ ਵਿੱਚ ਕਰਨਾਟਕਾ ਵਿੱਚ ਪਹੁੰਚ ਕੇ ਸਲਿਖਣੀ ਵਿਧੀ ਹੈ ਉਸ ਦੇ ਰਾਹੀਂ ਸਵਾਸ ਤਿਆਗਤੇ ਸੀ। ਜੈਨ ਧਰਮ ਦੇ ਵਿੱਚ ਇੱਕ ਐਸੀ ਵਿਧੀ ਹੈ ਜਿਸ ਨੂੰ ਹੁਣ ਚੈਲੰਜ ਵੀ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਇੱਕ ਪ੍ਰਕਾਰ ਦੀ ਇਹ ਸੁਸਾਈਡ ਹੈ। ਹੁਣ ਇੱਥੇ ਗੱਲ ਕਰਦੇ ਹਾਂ ਅਸੀਂ ਕਿ ਜਿਹੜੀ ਇਹ ਵਿਧੀ ਸੀ, ਇਸ ਵਿਧੀ ਦੇ ਨਾਲ ਵਿਅਕਤੀ ਨੇ ਆਪਣੇ ਸਵਾਸ ਤਿਆਗ ਦਿੱਤੇ ਸੀ। ਵਿਧੀ ਕੀ ਹੈ? ਜਿੰਨਾ ਚਿਰ ਮੌਤ ਨਹੀਂ ਹੋ ਜਾਂਦੀ ਵਿਅਕਤੀ ਬਿਨਾਂ ਅੰਨ ਪਾਣੀ ਖਾਧੇ ਪੀਤੇ ਵਰਤ 'ਚ ਰਹਿੰਦਾ ਹੈ। ਨੈਕਸਟ ਜੀ ਸਾਡੇ ਕੋਲੇ ਮੈਗਥਨੀਜ਼ ਬਾਰੇ ਪੜ੍ਹੀਏ। ਮੈਗਥਨੀਜ਼ ਦੇ ਬਾਰੇ ਬਹੁਤ ਇੰਪੋਰਟੈਂਟ ਪਾਰਟ ਹੈ ਜੀ। ਇਹ ਸੈਲਕਸ ਨਿਕੇਟਰ ਦਾ ਰਾਜਦੂਤ ਸੀਗਾ ਜੀ। ਇਹ ਯੂਨਾਨੀ ਸੀਗਾ ਜੋ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਆਇਆ ਸੀ, ਅਤੇ ਮੈਗਥਨੀਜ਼ ਨੇ ਇੱਕ ਪੁਸਤਕ ਲਿਖੀ ਸੀ। ਉਸ ਪੁਸਤਕ ਦਾ ਨਾਮ ਹੈ ਇੰਡਿਕਾ, ਅਤੇ ਇਸਨੇ ਉਸ ਨੂੰ ਮਤਲਬ ਕਿ ਭਾਰਤੀ ਸਾਮਰਾਜ ਨੂੰ 7 ਭਾਗਾਂ ਵਿੱਚ ਵੰਡਿਆ। ਵੇਖੋ ਜੀ, ਹੁਣ ਬਹੁਤ ਲੌਜੀਕਲੀ ਯਾਦ ਹੋ ਜੂਗਾ ਗੱਲ ਸਾਨੂੰ ਕਿ ਭਾਰਤ ਦੇ ਵਿੱਚ ਜਦੋਂ ਚੰਦਰਗੁਪਤ ਮੌਰੀਆ ਦਾ ਸਾਮਰਾਜ ਸੀ ਤਾਂ ਇੱਕ ਯੂਨਾਨੀ ਯਾਤਰੀ ਸੈਲਕਸ ਨਿਕੇਟਰ ਦਾ ਰਾਜਦੂਤ ਸੀ, ਉਹ ਭਾਰਤ 'ਚ ਆਇਆ। ਤਾਂ ਰਾਜ ਕੋਈ ਛੋਟਾ ਨਹੀਂ ਸੀ, ਬਹੁਤ ਵੱਡਾ ਸੀ। ਤਾਂ ਉਹਨੂੰ ਘੁੰਮਣ ਲਈ, ਰਾਜ ਵੇਖਣ ਦੇ ਲਈ ਮਤਲਬ ਪੈਦਲ ਯਾਤਰਾ ਕਰਨੀ ਤਾਂ ਬਹੁਤ ਔਖੀ ਹੋ ਗਈ ਸੀ। ਤਾਂ ਬਈ ਉਹਨੇ ਕੀ ਕੀਤਾ, ਉਹਨੇ ਇੱਕ ਗੱਡੀ ਕਿਰਾਏ 'ਤੇ ਕਰਾਈ, ਅਤੇ ਕਾਰ ਦਾ ਨਾਮ ਸੀਗਾ ਇੰਡਿਕਾ। ਕੀ ਨਾਮ ਸੀ? ਇੰਡਿਕਾ। ਉਹ ਪੂਰੇ ਰਾਜ 'ਚ ਭਜਾਈ ਫਿਰੇ ਉਹਨੂੰ, ਅਤੇ ਜਦੋਂ ਖੁੱਲ੍ਹੀ ਨਾ ਤਾਂ ਉਹ 7 ਭਾਗਾਂ 'ਚ ਖਿੱਲਰ ਗਈ। ਕਿੰਨੇ ਭਾਗਾਂ 'ਚ ਖਿੱਲਰ ਗਈ? 7 ਭਾਗਾਂ ਦੇ ਵਿੱਚ ਉਹ ਖਿੱਲਰ ਗਈ, ਮਤਲਬ 7 ਭਾਗਾਂ 'ਚ ਵੰਡੀ ਗਈ। ਹੋਇਆ ਨਹੀਂ ਸੀ ਇੱਦਾਂ ਦਾ, ਬਸ ਅਸੀਂ ਲੌਜੀਕਲੀ ਕੁਛ ਚੀਜ਼ਾਂ ਨੂੰ ਪੇਪਰ ਤੱਕ ਨਾਲ ਲੈ ਕੇ ਜਾਣਾ ਸਾਡੇ। ਉਹ ਸੀਗਾ ਵੀ ਮੈਗਥਨੀਜ਼ ਦੀ ਪੁਸਤਕ ਦਾ ਕੀ ਨਾਮ ਹੈ? ਇੰਡਿਕਾ। ਅਤੇ ਭਾਰਤ ਨੂੰ ਕਿੰਨੇ ਭਾਗਾਂ 'ਚ ਵੰਡਿਆ? 7 ਭਾਗਾਂ 'ਚ ਵੰਡਿਆ ਉਹਨੇ। ਤਾਂ 7 ਭਾਗ ਆ ਜਿਹੜੇ ਉਹ ਥੱਲੇ ਨਾਲ ਲਿਖੇ ਹੋਏ ਆ, ਤੁਸੀਂ ਇਹਨਾਂ ਨੂੰ ਨੋਟ ਕਰਦੇ ਰਹੋ। ਪਹਿਲਾ ਵੀ ਭਾਰਤ ਦੇ ਵਿੱਚ ਬਹੁਤ ਦਾਰਸ਼ਨਿਕ ਨੇ, ਕਿਸਾਨ ਨੇ, ਅਹੀਰ ਨੇ, ਕਾਰੀਗਰ ਹੈ, ਸੈਨਿਕ ਹੈ, ਨਿਰੀਖਕ ਹੈ, ਸਭਾਸਦ ਹੈ। ਠੀਕ ਹੈ ਜੀ। ਮੈਗਥਨੀਜ਼ ਨੇ ਪਾਟਲੀਪੁੱਤਰ ਨੂੰ ਪੋਲੀਥੀਓ ਦਾ ਨਾਮ ਦਿੱਤਾ ਹੈ। ਪਾਟਲੀਪੁੱਤਰ ਕੀ ਸੀ? ਮੈਨੂੰ ਇਹ ਕਮੈਂਟ ਦੇ ਵਿੱਚ ਲਿਖ ਕੇ ਭੇਜੋ ਵੀ ਚੰਦਰਗੁਪਤ ਮੌਰੀਆ ਦੇ ਸਮੇਂ ਪਾਟਲੀਪੁੱਤਰ ਕੀ ਸੀ? ਪਾਟਲੀਪੁੱਤਰ ਦੇ ਵਿੱਚ 570 ਬੁਰਜ ਅਤੇ 64 ਦਰਵਾਜ਼ੇ ਸੀ। ਭਾਰਤ ਦੀ ਦੂਜੀ ਸ਼ਹਿਰੀ ਸੱਭਿਅਤਾ ਦੇ ਵਜੋਂ ਜਾਣਿਆ ਜਾਂਦਾ ਸੀ। ਕਿਸ ਨੂੰ ਜੀ? ਦੂਜੀ ਸ਼ਹਿਰੀ ਸੱਭਿਅਤਾ ਸੀਗੀ ਮੌਰੀਆ ਸਾਮਰਾਜ। ਅਤੇ ਪਹਿਲੀ ਕਿਹੜੀ ਸੀ? ਹੜੱਪਾ ਸੱਭਿਅਤਾ। ਇੱਥੋਂ ਪੀਟੈਟ ਦੇ ਵਿੱਚ ਕੁਐਸਚਨ ਬਹੁਤ ਵਾਰ ਆਇਆ। ਠੀਕ ਹੈ ਜੀ। ਨੈਕਸਟ ਹੁਣ ਅਸੀਂ ਚੰਦਰਗੁਪਤ ਦੇ ਪੁੱਤਰ ਬਿੰਦੂਸਰ ਬਾਰੇ ਪੜ੍ਹਾਂਗੇ। ਬਿੰਦੂਸਰ ਕੌਣ ਸੀਗੇ? ਬਿੰਦੂਸਰ ਸੀ ਚੰਦਰਗੁਪਤ ਦਾ ਪੁੱਤਰ। ਬਿੰਦੂਸਰ ਚੰਦਰਗੁਪਤ ਦਾ ਪੁੱਤਰ ਸੀ। ਇਸ ਦਾ ਧਰਮ ਸੀ ਜਿਹੜਾ ਅਜੀਵਿਕਾ ਧਰਮ ਸੀ। ਬਿੰਦੂਸਰ ਦੇ ਦਰਬਾਰ ਦੇ ਵਿੱਚ ਡਾਈਮੈਕਸ ਨਾਮ ਦਾ ਰਾਜਦੂਤ ਆਇਆ ਸੀਗਾ। ਬਿੰਦੂਸਰ ਨੂੰ ਇੱਕ ਉਪਾਧੀ ਦਿੱਤੀ ਗਈ ਆ। ਮੋਸਟਲੀ ਕੁਐਸਚਨ ਇੱਥੇ ਕ੍ਰੀਏਟ ਹੁੰਦਾ ਸਾਡੇ ਕੋਲ, ਉਸ ਉਪਾਧੀ ਨੂੰ ਕੀ ਕਿਹਾ ਜਾਂਦਾ ਹੈ? ਅਮਿਤ੍ਰੋਕੇਟਸ। ਅਮਿਤ੍ਰੋਕਾਤ ਮੀਨਸ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ। ਜੈਨ ਗ੍ਰੰਥਾਂ ਦੇ ਵਿੱਚ ਬਿੰਦੂਸਰ ਨੂੰ ਸਿੰਘ ਸੈਨ ਕਿਹਾ ਗਿਆ ਜੀ। ਜੈਨ ਗ੍ਰੰਥਾਂ ਦੇ ਵਿੱਚ ਬਿੰਦੂਸਰ ਨੂੰ ਕੀ ਕਿਹਾ ਗਿਆ? ਸਿੰਘ ਸੈਨ। ਤਾਂ ਰਾਜੇ ਇਹ ਸੀਗਾ ਸਾਡੇ ਕੋਲੇ ਮੌਰੀਆ ਸਾਮਰਾਜ। ਮੌਰੀਆ ਸਾਮਰਾਜ ਦੇ ਵਿੱਚ ਅੱਜ ਅਸੀਂ ਮੌਰੀਆ ਸਾਮਰਾਜ ਕਿਵੇਂ ਸਟੇਬਲ ਹੁੰਦਾ, ਕੌਣ ਕੌਣ ਇਸ ਦੇ ਵਿੱਚ ਭਾਗੀਦਾਰ ਸੀ, ਕਿਸ ਰਾਜੇ ਨੇ ਸਟੇਬਲ ਕੀਤਾ ਸੀ, ਅਤੇ ਉਸ ਦੇ ਪੁੱਤਰਾਂ ਦੇ ਕੀ ਨਾਮ ਸੀਗੇ। ਹੁਣ ਸਾਡੇ ਕੋਲ ਇਸ ਦਾ ਇੱਕ ਨੈਕਸਟ ਪਾਰਟ ਆਏਗਾ, ਉਸ ਦੇ ਵਿੱਚ ਅਸੀਂ ਸਮਰਾਟ ਅਸ਼ੋਕ ਬਾਰੇ ਪੜ੍ਹਾਂਗੇ, ਕਿਉਂਕਿ ਸਮਰਾਟ ਅਸ਼ੋਕ ਆਪਣੇ ਆਪ ਦੇ ਵਿੱਚ ਇੱਕ ਹਿਸਟਰੀ ਹੈ। ਆਧੁਨਿਕ ਭਾਰਤ ਦੇ ਵਿੱਚ ਸਮਰਾਟ ਅਸ਼ੋਕ ਦੇ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ। ਠੀਕ ਹੈ ਜੀ। ਤਾਂ ਉਹ ਸਾਰੀ ਡਿਟੇਲ ਦੇ ਵਿੱਚ ਪੜ੍ਹਾਂਗੇ ਅਸੀਂ ਸਾਡੇ ਆਉਣ ਵਾਲੇ ਨੈਕਸਟ ਵੀਡੀਓ ਦੇ ਵਿੱਚ। ਚੰਗਾ ਲੱਗਿਆ ਕਮੈਂਟ ਦੇ ਵਿੱਚ ਜ਼ਰੂਰ ਦੱਸੋ, ਜੇ ਕੋਈ ਕਮੀ ਪੇਸ਼ੀ ਹੈ ਉਹ ਵੀ ਦੱਸੋ, ਅਤੇ ਇਸ ਦੀ ਪਹੁੰਚ ਜਿਹੜੀ ਹੈਗੀ ਹੈ ਇੱਕ ਲੋੜਵੰਦ ਵਿਦਿਆਰਥੀ ਤੱਕ ਜ਼ਰੂਰ ਪਹੁੰਚਾਓ, ਕਿਉਂਕਿ ਇਹਨੂੰ ਇੰਨਾ ਕੁ ਸ਼ੇਅਰ ਕਰੋ ਕਿ ਹਰ ਇੱਕ ਵਿਦਿਆਰਥੀ ਤੱਕ ਇਹ ਚੀਜ਼ ਪਹੁੰਚਣੀ ਚਾਹੀਦੀ ਹੈ। ਥੈਂਕ ਯੂ, ਧੰਨਵਾਦ।